ਮੇਰਾ ਨਾਂ ਸਰਕਾਰੀ ਕੋਐਡ ਸੀਨੀਅਰ ਸੈਕੰਡਰੀ ਸਕੂਲ NTC ਹੈ, ਜਿਸ ਵਿੱਚ NTC ਦਾ ਅਰਥ ਨਵੀਂ ਤਾਲੀਮ ਸੈਂਟਰ ਹੈ। ਮੇਰਾ ਨਿਰਮਾਣ ਪੰਜਾਬ ਦੇ ਤਾਜ ਸ਼ਹਿਰ ਰਾਜਪੁਰਾ ਵਿਖੇ ਭਾਰਤ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਵੱਲੋਂ ਸਾਲ 1956 ਦੇ ਦੌਰਾਨ ਨੀਂਹ ਪੱਥਰ ਰੱਖਣ ਉਪਰੰਤ ਹੋਇਆ। ਮੈਂ ਇਲਾਕੇ ਦੇ ਲੋਕਾਂ ਦੇ ਲਈ ਸਿੱਖਿਆ ਦੇ ਨਾਲ ਕਿੱਤਾ ਮੁਖੀ ਕੋਰਸ ਸਿਖਾਉਣ ਦਾ ਵੀ ਪ੍ਰਬੰਧ ਕਰਦਾ ਰਿਹਾ, ਪਰ ਸਮੇਂ ਦੇ ਦੌਰਾਨ ਜਿਵੇਂ ਸਮਾਂ ਬਦਲਦਾ ਰਿਹਾ, ਮੇਰਾ ਸਰੂਪ ਵੀ ਬਦਲਦਾ ਰਿਹਾ। ਸਾਲ 1986 ਵਿੱਚ ਮੈਨੂੰ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਪ੍ਰਾਪਤ ਹੋਇਆ, ਪਰ ਮੇਰਾ ਸਰੂਪ ਹੁਣ ਸਰਕਾਰ ਦੇ ਰਹਿਮ ਕਰਮ ਦੇ ਉੱਪਰ ਨਿਰਭਰ ਹੋ ਗਿਆ। ਮੈਂ ਆਸ ਕਰਦਾ ਸੀ ਕਿ ਕੋਈ ਸ਼ਖਸ ਇੱਕ ਦਿਨ ਜ਼ਰੂਰ ਮੇਰੇ ਕੋਲ ਆਏਗਾ, ਜੋ ਮੇਰੇ ਸੁਪਨੇ ਨੂੰ ਪੂਰਾ ਕਰੇਗਾ ਅਤੇ ਮੇਰੇ ਸਰੂਪ ਨੂੰ ਮੇਰੇ ਰੁਤਬੇ ਦੇ ਅਨੁਸਾਰ ਕਰੇਗਾ। ਆਖਿਰਕਾਰ ਸਾਲ 1995 ਵਿੱਚ ਸਰਦਾਰ ਇੰਦਰਜੀਤ ਸਿੰਘ ਕਾਲੜਾ ਬਤੌਰ ਲੈਕਚਰਾਰ ਮੇਰੇ ਕੋਲ ਸੇਵਾ ਕਰਨ ਲਈ ਪੁੱਜੇ। ਉਹ ਮੇਰੇ ਵਾਂਗ ਹੀ ਸੁਪਨੇ ਵੇਖਣ ਲੱਗੇ, ਮੇਰੇ ਲਈ ਸੁਪਨੇ ਵੇਖਣ ਲੱਗੇ ਅਤੇ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਡਿਊਟੀਆਂ ਕਰਦੇ ਹੋਏ ਮੇਰੇ ਸਰੂਪ ਨੂੰ ਬਦਲਣ ਲਈ ਯਤਨਸ਼ੀਲ ਰਹੇ, ਪਰ ਹਜੇ ਵੀ ਕੁਝ ਹਸਰਤਾਂ ਉਹਨਾਂ ਦੇ ਦਿਲ ਦੇ ਵਿੱਚ ਰਹਿ ਗਈਆਂ ਸੀ। ਉਹ ਇਹ ਸੋਚਦੇ ਸੀ ਕਿ ਮੈਂ ਇੱਕ ਦਿਨ ਇਸ ਸੰਸਥਾ ਵਿੱਚ ਬਤੌਰ ਪ੍ਰਿੰਸੀਪਲ ਆ ਕੇ ਇਸ ਦਾ ਸਰੂਪ ਬਦਲਾਂਗਾ ਅਤੇ ਉਹ ਅਣਕਹੇ ਸ਼ਬਦਾਂ ਵਿੱਚ ਮੇਰੇ ਨਾਲ ਇੱਕ ਵਾਅਦਾ ਕਰਕੇ ਗਏ ਕਿ ਜੋ ਕੰਮ ਬਾਕੀ ਹੈ ਮੈਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਪੂਰਾ ਕਰੂੰਗਾ। ਸਾਲ 2013 ਵਿੱਚ ਇਹਨਾਂ ਦੀ ਪ੍ਰਮੋਸ਼ਨ ਬਤੌਰ ਪ੍ਰਿੰਸੀਪਲ ਹੋ ਗਈ ਅਤੇ ਇਹਨਾਂ ਨੇ ਵੱਖ-ਵੱਖ ਸੰਸਥਾਵਾਂ ਵਿੱਚ ਸੇਵਾ ਨਿਭਾਈ ਅਤੇ ਉਹਨਾਂ ਦਾ ਪੂਰਾ ਵਿਕਾਸ ਕੀਤਾ, ਜਿਸ ਦੀ ਚਰਚਾ ਅੱਜ ਵੀ ਉਹਨਾਂ ਇਲਾਕਿਆਂ ਦੇ ਵਿੱਚ ਹੋ ਰਹੀ ਹੈ। ਮੈਨੂੰ ਇੰਤਜ਼ਾਰ ਸੀ ਕਿ ਹੁਣ ਇਹ ਮੇਰੇ ਕੋਲ ਆਉਣਗੇ ਅਤੇ ਇਹ ਵੀ ਯਤਨਸ਼ੀਲ ਰਹੇ, ਜਿਸ ਦੇ ਕਾਰਨ ਸਾਲ 2017 ਵਿੱਚ ਜਦੋਂ ਮੈਂ 60 ਵਰ੍ਹਿਆਂ ਦਾ ਹੋ ਚੁੱਕਿਆ ਸੀ, ਸਰਦਾਰ ਇੰਦਰਜੀਤ ਸਿੰਘ ਕਾਲੜਾ ਹੁਣ ਬਤੌਰ ਪ੍ਰਿੰਸੀਪਲ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਦੇ ਲਈ ਅਤੇ ਆਪਣੇ ਹਰ ਸੁਪਨੇ ਨੂੰ ਪੂਰਾ ਕਰਨ ਦੇ ਲਈ ਮੇਰੇ ਕੋਲ ਆਏ। ਬਤੌਰ ਪ੍ਰਿੰਸੀਪਲ ਸੇਵਾ ਕਰਦੇ ਹੋਏ ਉਹਨਾਂ ਦੇ ਜੋ ਕੰਮ ਉਹਨਾਂ ਨੇ ਕੀਤੇ, ਉਸਦੀ ਇੱਕ ਝਲਕ ਮੈਂ ਅੱਜ ਆਪ ਦੇ ਸਾਹਮਣੇ ਪੇਸ਼ ਕਰਦਾ ਹਾਂ। ਮੈਨੂੰ ਆਸ ਹੈ ਕਿ ਤੁਹਾਨੂੰ ਮਾਣ ਹੋਵੇਗਾ ਕਿ ਅੱਜ ਮੇਰਾ ਰੁਤਬਾ ਅਤੇ ਮੇਰਾ ਸਰੂਪ ਜੋ ਕਿ ਇਹਨਾਂ ਨੇ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ ਅਤੇ ਆਪਣੇ ਕੰਮ ਕਰਕੇ ਜੋ ਮੈਨੂੰ ਮਾਣ ਬਖਸ਼ਿਆ ਹੈ, ਅੱਜ ਮੈਂ ਉਸ ਦਾ ਕੁਝ ਹਿੱਸਾ ਇਹਨਾਂ ਨੂੰ ਦਿਖਾਉਣਾ ਚਾਹੁੰਦਾ ਹਾਂ। ਇਸੀ ਦੇ ਵਿੱਚ ਅੱਜ ਸਕੂਲ ਦਾ ਗੇਟ, ਜੋ ਕਿ ਤੁਸੀਂ ਦੇਖਿਆ ਕਿ ਜੋ ਸਕੂਲ ਦਾ ਗੇਟ ਹੈ ਉਹ ਪਹਿਲੇ ਇਸ ਦਾ ਕੀ ਸਰੂਪ ਸੀਗਾ। 1986 ਤੋਂ ਇਹ ਗੇਟ ਲੱਗਿਆ ਹੋਇਆ ਸੀ ਅਤੇ ਇਹਨਾਂ ਨੇ ਇਸ ਸਕੂਲ ਦੇ ਗੇਟ ਨੂੰ ਸਮਾਰਟ ਸਕੂਲਾਂ ਤੋਂ ਵੀ ਜ਼ਿਆਦਾ ਸੋਹਣਾ ਬਣਾ ਦਿੱਤਾ ਅਤੇ ਇਸ ਦੇ ਉੱਪਰ ਸਟੀਲ ਨਾਲ ਮੇਰੇ ਨਾਂ ਨੂੰ ਅੰਕਿਤ ਕੀਤਾ ਗਿਆ, ਜੋ ਕਿ ਇਲਾਕੇ ਵਿੱਚ ਇੱਕ ਬਹੁਤ ਸੋਹਣਾ ਸਕੂਲ ਅਤੇ ਉਹਦਾ ਗੇਟ ਲੱਗਣ ਲੱਗਾ। ਇਸ ਦੇ ਬਾਅਦ ਸਰਦਾਰ ਇੰਦਰਜੀਤ ਸਿੰਘ ਕਾਲੜਾ ਵੱਲੋਂ ਸਕੂਲ ਦਾ ਰਸਤੇ ਦਾ ਨਿਰਮਾਣ ਕੀਤਾ ਗਿਆ। ਰਸਤਾ ਜੋ ਕਿ ਪਹਿਲੇ ਲਗਭਗ 20 ਫੁੱਟ ਸੀ, ਉਸ ਨੂੰ ਚੌੜਾ ਕਰਦੇ ਹੋਏ ਅਤੇ ਇੰਟਰਲੋਕਿੰਗ ਟਾਈਲਾਂ ਲਗਵਾਉਂਦੇ ਹੋਏ ਇਸ ਰਸਤੇ ਨੂੰ ਲਗਭਗ 45 ਫੁੱਟ ਦਾ ਕੀਤਾ ਗਿਆ ਅਤੇ ਇਸ ਨੂੰ ਸੁੰਦਰ ਬਣਾਇਆ ਗਿਆ। ਇਸ ਦੇ ਨਾਲ ਹੀ ਸਕੂਲ ਦੇ ਵਿੱਚ 200 ਮੀਟਰ ਟਰੈਕ ਅਤੇ ਹਾਕੀ ਗਰਾਊਂਡ ਦਾ ਨਿਰਮਾਣ ਵੀ ਕੀਤਾ ਗਿਆ, ਜੋ ਕਿ ਇੱਕ ਅਸੰਭਵ ਕਾਰਜ ਜਾਪਦਾ ਸੀ। ਉਹ ਨਿਰਮਾਣ ਸਭ ਇਹਨਾਂ ਦੀ ਦੇਖ ਰੇਖ ਦੇ ਅੰਦਰ ਪੂਰਾ ਕੀਤਾ ਗਿਆ ਅਤੇ ਅੱਜ ਇਸ ਦਾ ਸਰੂਪ ਜਿਹੜਾ ਹੈ ਉਹ ਪੂਰੇ ਪੰਜਾਬ ਲਈ ਇੱਕ ਸ਼ਾਨ ਦੀ ਗੱਲ ਬਣ ਚੁੱਕਿਆ ਹੈ। ਸਰਕਾਰੀ ਜ਼ਮੀਨ, ਸਕੂਲ ਦੀ ਸਰਕਾਰੀ ਜ਼ਮੀਨ, ਜਿਸ ਦੇ ਉੱਪਰ ਲਗਭਗ 20 ਤੋਂ 25 ਸਾਲ ਪਹਿਲਾਂ ਕਬਜ਼ਾ ਹੋ ਚੁੱਕਿਆ ਸੀ, ਸਰਦਾਰ ਇੰਦਰਜੀਤ ਸਿੰਘ ਜੀ ਕਾਲੜਾ ਵੱਲੋਂ
ਇਹ 8 ਕਰੋੜ ਰੁਪਏ ਲਾਗਤ ਦੀ ਜ਼ਮੀਨ ਨੂੰ ਖਾਲੀ ਕਰਵਾ ਕੇ ਇਸ ਦੇ ਉੱਪਰ ਚਾਰ ਦੀਵਾਰੀ ਕਰਕੇ ਸਕੂਲ ਦਾ ਕਬਜ਼ਾ ਸਥਾਪਿਤ ਕੀਤਾ ਗਿਆ। ਨਿਰਮਲ ਸਟੇਡੀਅਮ, ਜੋ ਕਿ ਗੰਦ ਦਾ ਇੱਕ ਮੈਦਾਨ ਬਣ ਚੁੱਕਿਆ ਸੀ, ਉਸ ਨੂੰ ਵੀ ਇਹਨਾਂ ਨੇ ਕ੍ਰਿਕਟ ਸਟੇਡੀਅਮ ਦੇ ਰੂਪ ਵਿੱਚ ਤਬਦੀਲ ਕੀਤਾ ਅਤੇ ਅੱਜ ਇਹ ਕ੍ਰਿਕਟ ਸਟੇਡੀਅਮ ਪੂਰੇ ਪੰਜਾਬ ਲਈ ਸਟੇਟ ਪੱਧਰ ਦਾ ਕ੍ਰਿਕਟ ਸਟੇਡੀਅਮ ਬਣ ਚੁੱਕਿਆ ਹੈ। ਸਕੂਲ ਦਾ ਜਿਮ, ਜਿਸ ਲਈ ਇਹਨਾਂ ਵੱਲੋਂ ਖੇਡ ਵਿਭਾਗ ਤੋਂ ਲਗਭਗ 10 ਲੱਖ ਰੁਪਏ ਦਾ ਇਕਵਿਪਮੈਂਟਸ ਪ੍ਰਾਪਤ ਕਰਦੇ ਹੋਏ ਇਹਨੂੰ ਚਾਲੂ ਕੀਤਾ ਗਿਆ ਅਤੇ ਇਸ ਵਿੱਚੋਂ ਨੈਸ਼ਨਲ ਪੱਧਰ ਦੇ ਖਿਡਾਰੀ ਵੀ ਨਿਕਲੇ। ਸਕੂਲ ਦਾ ਹਾਲ ਆਡੀਟੋਰੀਅਮ, ਜਿਹੜਾ ਕਿ ਇੱਕ ਹਨੇਰਾ ਗੁੱਪ ਸੀ, ਇਸ ਦੀ ਦਿੱਖ ਬਦਲਣ ਲਈ ਇਹ ਬਹੁਤ ਯਤਨਸ਼ੀਲ ਰਹੇ। ਇਹ ਇੱਕ ਆਧੁਨਿਕ ਸਟੇਡੀਅਮ ਚਾਹੁੰਦੇ ਸਨ, ਜਿਸ ਨੂੰ ਅਗਰ ਅਸੀਂ ਪਹਿਲੇ ਦੇ ਹਾਲ ਦੀ ਪਿਕਚਰ ਦੇਖੀਏ ਤਾਂ ਇਹ ਉਹ ਹਾਲ ਹੈ ਜੋ ਕਿ ਰੈਨੋਵੇਸ਼ਨ ਤੋਂ ਪਹਿਲਾਂ ਇਸ ਸਕੂਲ ਦੇ ਅੰਦਰ ਸੀ। ਇਸੇ ਹਾਲ ਨੂੰ ਸਰਦਾਰ ਇੰਦਰਜੀਤ ਸਿੰਘ ਕਾਲੜਾ ਵੱਲੋਂ ਇਸ ਰੂਪ ਵਿੱਚ ਤਬਦੀਲ ਕੀਤਾ ਗਿਆ। ਇੱਕ ਵਾਈਫਾਈ ਹਾਲ ਬਣਾਇਆ ਗਿਆ ਜੋ ਕਿ ਲੋਕਾਂ ਲਈ ਦਿੱਖ ਦਾ ਕੇਂਦਰ ਬਣ ਗਿਆ। ਇਸ ਵਿੱਚ ਆਉਣ ਵਾਲੇ ਲੋਕ ਬਿਨਾਂ ਫੋਟੋ ਖਿੱਚੇ ਹਾਲ ਤੋਂ ਬਾਹਰ ਜਾਣ ਲਈ ਤਿਆਰ ਹੀ ਨਹੀਂ ਹੁੰਦੇ ਸੀ ਅਤੇ ਅੱਜ ਹਾਲ ਪੂਰਾ ਹੋਣ ਦੇ ਬਾਅਦ ਇਸ ਦਾ ਸਰੂਪ ਆਪ ਜੀ ਦੇ ਸਾਹਮਣੇ ਹੀ ਹੈ। ਪ੍ਰੇਅਰ ਗਰਾਊਂਡ, ਇਹ ਬਹੁਤ ਚਾਹੁੰਦੇ ਸੀ ਕਿ ਬੱਚੇ ਕਦੀ ਮਿੱਟੀ ਉੱਪਰ ਨਾ ਬੈਠਣ। ਇਹਨਾਂ ਦੇ ਦਿਲ ਵਿੱਚ ਹਸਰਤ ਸੀ ਕਿ ਇਹ ਗਰਾਊਂਡ ਵੀ ਪੱਕਾ ਹੋਣਾ ਚਾਹੀਦਾ ਹੈ। ਗਰਾਊਂਡ ਦਾ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਖਰਚੇ ਆਉਣ ਦਾ ਅੰਦੇਸ਼ਾ ਬਹੁਤ ਜ਼ਿਆਦਾ ਸੀ ਅਤੇ ਗ੍ਰਾਂਟ ਕੋਈ ਵੀ ਨਹੀਂ ਮਿਲ ਰਹੀ ਸੀ। ਇਸ ਦੇ ਬਾਵਜੂਦ ਵੀ ਇਹਨਾਂ ਵੱਲੋਂ ਇਸ ਗਰਾਊਂਡ ਨੂੰ ਇੱਕ ਇੰਟਰਨੈਸ਼ਨਲ ਸਕੂਲ ਦੇ ਗਰਾਊਂਡ ਤੋਂ ਵੀ ਜ਼ਿਆਦਾ ਸੋਹਣਾ ਬਣਾਇਆ ਗਿਆ ਅਤੇ ਅੱਜ ਕੰਸਟਰਕਸ਼ਨ ਦੇ ਬਾਅਦ ਇਸ ਦੀ ਦਿੱਖ ਆਪ ਜੀ ਦੇ ਅੱਗੇ ਹੈ। ਸਕੂਲ ਦੀ ਸਟੇਜ, ਜੋ ਕਿ ਇੱਕ ਖਾਲੀ ਚਬੂਤਰੇ ਵਾਂਗ ਸੀ, ਇਸ ਨੂੰ ਵੀ ਸਰਦਾਰ ਇੰਦਰਜੀਤ ਸਿੰਘ ਕਾਲੜਾ ਵੱਲੋਂ ਇੱਕ ਸੋਹਣੀ ਦਿੱਖ ਪ੍ਰਦਾਨ ਕੀਤੀ ਗਈ। ਸਕੂਲ ਦੀ ਲਾਇਬ੍ਰੇਰੀ, ਇਹ ਚਾਹੁੰਦੇ ਸੀ ਕਿ ਸਕੂਲ ਵਿੱਚ ਇੱਕ ਵੱਡੀ ਲਾਇਬ੍ਰੇਰੀ ਹੋਵੇ ਜਿਸ ਦੀ ਉਚਿਤ ਵਰਤੋਂ ਕੀਤੀ ਜਾਵੇ। ਇਸ ਲਈ ਇਹਨਾਂ ਨੇ ਇੱਕ ਲਾਇਬ੍ਰੇਰੀ, ਜੋ ਕਿ ਸਰਕਾਰ ਦੇ ਮਾਪਦੰਡਾਂ ਦੇ ਅਨੁਸਾਰ, ਜੋ ਸਰਕਾਰ ਦਾ ਏਰੀਆ ਹੈ, ਲਗਭਗ ਉਸ ਤੋਂ ਦੁੱਗਣੀ ਲਾਇਬ੍ਰੇਰੀ ਤਿਆਰ ਕੀਤੀ ਅਤੇ ਇੱਕ ਆਧੁਨਿਕ ਲਾਇਬ੍ਰੇਰੀ ਤਿਆਰ ਕੀਤੀ, ਜਿਸ ਵਿੱਚ ਵਿਦਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਦੀ ਬਿਊਟੀਫਿਕੇਸ਼ਨ ਦੇ ਲਈ, ਗਰੀਨਰੀ ਲਈ ਵੱਖ-ਵੱਖ ਪਾਰਕਾਂ ਦਾ ਨਿਰਮਾਣ ਕੀਤਾ। ਵੱਖ-ਵੱਖ ਰੰਗਾਂ ਵਿੱਚ ਗ੍ਰਿਲਾਂ ਨੂੰ ਲਗਵਾ ਕੇ ਪੇਂਟ ਕਰਵਾਇਆ ਗਿਆ ਤਾਂ ਜੋ ਸਕੂਲ ਜੋ ਹੈ ਉਹ ਸੋਹਣਾ ਲੱਗੇ। ਇਸ ਦੇ ਨਾਲ ਹੀ ਪਾਰਕਿੰਗ ਲਈ ਸਟੈਂਡ ਵੀ ਬਣਾਏ ਗਏ ਅਤੇ ਹੋਰ ਵੀ ਕਈ ਕੰਮ, ਜਿਵੇਂ ਕਿ ਕੰਟੀਨ ਦਾ ਨਿਰਮਾਣ ਕਰਾਉਣਾ ਅਤੇ ਵਾਲੀਬਾਲ ਗਰਾਊਂਡ ਦਾ ਨਿਰਮਾਣ ਕਰਾਉਣਾ ਵੀ ਇਸ ਵਿੱਚ ਸ਼ਾਮਲ ਸੀ। ਕੰਪਿਊਟਰ ਲੈਬ, ਇਹ ਚਾਹੁੰਦੇ ਸਨ ਕਿ ਕੰਪਿਊਟਰ ਲੈਬ ਜੋ ਇਲਾਕੇ ਵਿੱਚ ਇੱਕ ਨੰਬਰ 'ਤੇ ਰਹੇ ਅਤੇ ਇਹਨਾਂ ਨੂੰ ਕਦੀ ਵੀ ਇਹ ਸ਼ਿਕਾਇਤ ਨਾ ਮਿਲੇ ਕਿ NTC ਦੀ ਕੰਪਿਊਟਰ ਲੈਬ ਤੋਂ ਸੋਹਣੀ ਕੋਈ ਕੰਪਿਊਟਰ ਲੈਬ ਹੈ। ਇਹਨਾਂ ਦੀ ਦੇਖ ਰੇਖ ਵਿੱਚ ਇੱਕ ਕੰਪਿਊਟਰ ਲੈਬ ਜੋ ਤਿਆਰ ਕੀਤੀ ਗਈ, ਤਿਆਰ ਕਰਨ ਤੋਂ ਪਹਿਲਾਂ ਇਸ ਲੈਬ ਦਾ ਸਰੂਪ ਇਸ ਤਰ੍ਹਾਂ ਜਾਪਦਾ ਸੀ ਅਤੇ ਤਿਆਰ ਕਰਨ ਤੋਂ ਬਾਅਦ ਇਹ ਲੈਬ ਦਾ ਸਰੂਪ ਤੁਹਾਡੇ ਸਾਹਮਣੇ ਅੱਜ ਬਿਲਕੁਲ ਬਦਲ ਗਿਆ। ਇਹ ਇਵੇਂ ਜਾਪਦਾ ਹੈ ਜਿਵੇਂ ਕਿ ਕੋਈ ਗੂਗਲ ਕੰਪਨੀ ਦਾ ਦਫ਼ਤਰ ਹੋਵੇ। ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਇਸ ਲੈਬ ਬਣਨ ਉਪਰੰਤ ਇਸ ਲੈਬ ਦੇ ਵਰਗੀਆਂ ਲੈਬ ਇਸ ਜ਼ਿਲ੍ਹੇ ਵਿੱਚ ਹੀ ਲਗਭਗ 40 ਲੈਬਸ ਤਿਆਰ ਕੀਤੀਆਂ ਗਈਆਂ, ਜਿਸ ਦਾ ਬਿਲਕੁਲ ਹੂਬਹੂ ਰੂਪ ਦੇਣ ਦੇ ਬਾਅਦ ਵੀ ਅੱਜ ਕੋਈ ਵੀ ਲੈਬ ਇਸ ਲੈਬ ਦੀ ਬਰਾਬਰੀ ਨਹੀਂ ਕਰ ਸਕਦੀ। ਸਕੂਲ ਯੂਨੀਫਾਰਮ, ਜਿੱਧਰ ਬੱਚੇ ਆਮ ਸਕੂਲ ਯੂਨੀਫਾਰਮ ਪਾਉਂਦੇ ਸੀ, ਜਿਹਦੇ ਵਿੱਚ ਗ੍ਰੇ ਕਲਰ ਦੀ ਕੋਟੀ ਅਤੇ ਪੈਂਟ ਸੀ। ਇਹਨਾਂ ਦੇ ਆਉਣ ਤੋਂ ਪਹਿਲਾਂ ਕੋਈ ਟਾਈ ਜਾਂ ਬਲੇਜ਼ਰ ਦਾ ਇੰਤਜ਼ਾਮ ਨਹੀਂ ਹੁੰਦਾ ਸੀ। ਇਹਨਾਂ ਦੇ ਆਉਣ ਦੇ ਬਾਅਦ ਵਿਦਿਆਰਥੀਆਂ ਵੱਲੋਂ ਬਲੇਜ਼ਰ, ਟਾਈ ਲਾਉਣ ਲੱਗੇ, ਇਹਦਾ ਇੰਤਜ਼ਾਮ ਕੀਤਾ ਗਿਆ ਅਤੇ ਇਲਾਕੇ ਦੀ ਵਰਦੀ ਦੀ ਚਰਚਾ ਜ਼ਿਲ੍ਹੇ ਵਿੱਚ ਜਾਂ ਸਟੇਟ ਵਿੱਚ ਹੀ ਨਹੀਂ, ਸਗੋਂ ਨਾਲ ਦੇ ਰਾਜਾਂ ਵਿੱਚ ਵੀ, ਜਿਵੇਂ ਦਿੱਲੀ, ਰਾਜਸਥਾਨ, ਹਰਿਆਣਾ, ਹਿਮਾਚਲ, ਇਹਨਾਂ ਵਿੱਚ ਵੀ ਹੋਣ ਲੱਗੀ। ਕਿਉਂਕਿ ਜਦੋਂ ਬੱਚੇ ਟੂਰ 'ਤੇ ਜਾਂਦੇ ਸਨ
ਤਾਂ ਕੋਈ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਸੀ ਕਿ ਇਹ ਸਰਕਾਰੀ ਸਕੂਲ ਦੇ ਬੱਚੇ ਨੇ, ਜਿਸ ਦਾ ਸਿਹਰਾ ਵੀ ਸਰਦਾਰ ਇੰਦਰਜੀਤ ਸਿੰਘ ਜੀ ਦੇ ਸਿਰ ਦੇ ਉੱਪਰ ਹੀ ਜਾਂਦਾ ਹੈ। ਸਕੂਲ ਦੀ ਪਬਲੀਕੇਸ਼ਨ ਪੰਕਜ ਮੈਗਜ਼ੀਨ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਸੀ, ਸਰਦਾਰ ਇੰਦਰਜੀਤ ਸਿੰਘ ਜੀ ਵੱਲੋਂ ਨਾ ਹੀ ਉਸਦਾ ਕੇਵਲ ਸਰੂਪ ਬਦਲਿਆ ਗਿਆ, ਉਸਨੂੰ ਇੱਕ ਚੰਗੀ ਦਿੱਖ ਪ੍ਰਦਾਨ ਕੀਤੀ ਗਈ, ਉਸਨੂੰ ਪ੍ਰਕਾਸ਼ਿਤ ਹਰ ਸਾਲ ਕੀਤਾ ਗਿਆ ਅਤੇ ਹਰ ਸਾਲ ਪ੍ਰਕਾਸ਼ਨ ਦੇ ਮੌਕੇ ਰਾਜਪੁਰਾ ਦੇ MLA ਸਰਦਾਰ ਹਰਦਿਆਲ ਸਿੰਘ ਜੀ ਕੰਬੋਜ ਵੱਲੋਂ ਉਸ ਮੈਗਜ਼ੀਨ ਦੀ ਉਦਘਾਟਨ ਵੀ ਕੀਤਾ ਗਿਆ ਅਤੇ ਸ਼ਲਾਘਾ ਵੀ ਕੀਤੀ ਗਈ ਕਿ ਕਿਸੇ ਪ੍ਰਾਈਵੇਟ ਕਾਲਜ ਦੀ ਮੈਗਜ਼ੀਨ ਤੋਂ ਵੀ ਉੱਪਰ ਇਸ ਸਕੂਲ ਦੀ ਮੈਗਜ਼ੀਨ ਹਮੇਸ਼ਾ ਬਣਦੀ ਰਹੀ। ਇਸ ਤੋਂ ਬਾਅਦ ਇਸ ਦਾ ਉਦੇਸ਼ ਸੀਗਾ ਕਿ ਸਕੂਲ ਵਿੱਚ ICT ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ, ਵਿਦਿਆਰਥੀਆਂ ਨੂੰ ਚੰਗੇ ਤਰੀਕੇ ਨਾਲ ਪ੍ਰੋਜੈਕਟਰ 'ਤੇ ਪੜ੍ਹਾਇਆ ਜਾਵੇ, ਤਾਂ ਉਹਨਾਂ ਨੇ ਆਡੀਟੋਰੀਅਮ ਦੇ ਅੰਦਰ ਪ੍ਰੋਜੈਕਟਰ, ਵਾਈਫਾਈ ਅਤੇ ਇੱਕ ਡੋਲਬੀ DTS ਸਪੀਕਰਾਂ ਦੀ ਵੀ ਵਰਤੋਂ ਸ਼ੁਰੂ ਕੀਤੀ, ਜਿਸ ਦੇ ਨਾਲ ਇਸ ਸਕੂਲ ਵਿੱਚ ਅਸੀਂ ਵਿਦਿਆਰਥੀਆਂ ਨੂੰ ਵੱਖ-ਵੱਖ ਸਕੂਲ ਵਿਖੇ ICT ਦੀ ਵਰਤੋਂ ਇਹਨਾਂ ਦੇ ਲਈ ਇੱਕ ਮਹੱਤਵਪੂਰਨ ਕੰਮ ਕੀਤਾ ਗਿਆ ਅਤੇ ਸਕੂਲ ਦੇ ਆਡੀਟੋਰੀਅਮ ਵਿੱਚ ਇੱਕ ਪ੍ਰੋਜੈਕਟਰ, ਡੋਲਬੀ DTS ਯੁਕਤ ਸਪੀਕਰ ਅਤੇ ਵਾਈਫਾਈ ਸਿਸਟਮ ਦਾ ਪ੍ਰਬੰਧ ਕਰਦੇ ਹੋਏ ਇਹਨਾਂ ਨੇ ਆਡੀਟੋਰੀਅਮ ਨੂੰ ਇੱਕ ਆਧੁਨਿਕ ਆਡੀਟੋਰੀਅਮ ਵਿੱਚ ਤਬਦੀਲ ਕੀਤਾ। ਸਕੂਲ ਵਿੱਚ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੈਮਰੇ ਵੀ ਲਗਵਾਏ ਗਏ ਅਤੇ ਵਿਦਿਆਰਥੀਆਂ ਦੇ ਲਈ ਗੇਟ ਦੇ ਉੱਪਰ ਚੌਕੀਦਾਰ ਦਾ ਪ੍ਰਬੰਧ ਵੀ ਕੀਤਾ ਗਿਆ। ਸਪੋਰਟਸ ਐਕਟੀਵਿਟੀ ਵਿੱਚ ਸਕੂਲ ਨੇ ਬਹੁਤ ਮੱਲਾਂ ਮਾਰੀਆਂ ਅਤੇ ਸਕੂਲ ਦੇ ਖਿਡਾਰੀ ਨੈਸ਼ਨਲ ਪੱਧਰ ਤੱਕ, ਰਾਜ ਪੱਧਰ ਤੱਕ ਸਨਮਾਨ ਜਿੱਤਣ ਲੱਗੇ। ਇਹਨਾਂ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕਰਨ ਦੇ ਲਈ ਇੰਦਰਜੀਤ ਸਿੰਘ ਜੀ ਕਾਲੜਾ ਵੱਲੋਂ ਸਮੇਂ-ਸਮੇਂ 'ਤੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਨਾਮ ਦੇ ਕੇ ਇਹਨਾਂ ਦੀ ਮਦਦ ਵੀ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਵਿੱਚੋਂ ਹਰ ਸਾਲ ਐਜੂਕੇਸ਼ਨਲ ਅਤੇ ਕਲਚਰਲ ਟੂਰਸ ਲੈ ਕੇ ਜਾਏ ਜਾਂਦੇ ਸਨ, ਜੋ ਕਿ ਦਿੱਲੀ, ਅੰਮ੍ਰਿਤਸਰ, ਸ਼ਿਮਲਾ ਅਤੇ ਹੋਰ ਵੀ ਬਹੁਤ ਥਾਵਾਂ 'ਤੇ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜਦ ਵੀ ਸਮਾਂ ਮਿਲਦਾ ਸੀ, ਸਰਦਾਰ ਇੰਦਰਜੀਤ ਸਿੰਘ ਜੀ ਕਾਲੜਾ ਵੀ ਬੱਚਿਆਂ ਦੇ ਨਾਲ ਟੂਰ 'ਤੇ ਜਾਣਾ ਪਸੰਦ ਕਰਦੇ ਰਹੇ ਅਤੇ ਇਹਨਾਂ ਨੂੰ ਨਵੀਆਂ-ਨਵੀਆਂ ਥਾਵਾਂ ਦਿਖਾਉਣਾ ਅਤੇ ਉਹਨਾਂ ਬਾਰੇ ਦੱਸਣਾ ਇਹਨਾਂ ਦੀ ਇੱਕ ਰੁਚੀ ਰਹੀ ਹੈ। ਕੋ-ਕਰਿਕੂਲਰ ਐਕਟੀਵਿਟੀ ਵਿੱਚ ਸਕੂਲ ਵਿੱਚ ਹਰ ਤਰ੍ਹਾਂ ਦੀ ਖੇਡ ਨੂੰ, ਹਰ ਤਰ੍ਹਾਂ ਦੀ ਐਕਟੀਵਿਟੀ ਨੂੰ ਇਹਨਾਂ ਨੇ ਤਰਜੀਹ ਦਿੱਤੀ, ਚਾਹੇ ਉਹ ਮੈਰਾਥਨ ਹੋਵੇ, ਚਾਹੇ ਉਹ ਗ੍ਰੀਟਿੰਗ ਮੇਕਿੰਗ ਹੋਵੇ, ਚਾਹੇ ਉਹ ਮਹਿੰਦੀ ਮੇਕਿੰਗ ਹੋਵੇ, ਚਾਹੇ ਵੱਖ-ਵੱਖ ਰੈਲੀਆਂ ਕੱਢਣੀਆਂ ਹੋਣ, ਚਾਹੇ ਵੱਖ-ਵੱਖ ਪ੍ਰੀਖਿਆਵਾਂ ਲੈਣੀਆਂ ਹੋਣ ਅਤੇ ਚਾਹੇ ਉਹ ਵੋਟਰ ਦੀ ਰੈਲੀ ਹੋਵੇ, ਵੋਟਰ ਸੰਬੰਧੀ ਰੈਲੀ ਹੋਵੇ, ਗਿੱਧਾ, ਭੰਗੜਾ ਅਤੇ ਇਸ ਦੇ ਨਾਲ-ਨਾਲ ਕਈ ਹੋਰ ਵੀ ਸਹਿ ਕਿਰਿਆਵਾਂ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਕਾਲੜਾ ਆਪਣੀ ਰੁਚੀ ਦਿਖਾਉਂਦੇ ਹੋਏ ਸਕੂਲ ਨੂੰ ਮੱਲਾਂ ਮਾਰਨ ਦੇ ਲਈ ਪ੍ਰੇਰਿਤ ਕਰਦੇ ਰਹੇ। ਇਹਨਾਂ ਦੇ ਨਾਲ ਕੁਝ ਹੋਰ ਯਾਦਾਂ ਮੈਂ ਆਪ ਜੀ ਦੇ ਅੱਗੇ ਰੱਖਦਾ ਹਾਂ, ਜਿਵੇਂ ਕਿ 12ਵੀਂ ਕਲਾਸ ਦੀ ਫੇਅਰਵੈਲ ਦੌਰਾਨ ਸਕੂਲ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਲੰਗਰ ਵੀ ਲਗਾਏ ਗਏ। ਇਸ ਦੇ ਬਾਅਦ ਸਾਈਕਲ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ MLA ਰਾਜਪੁਰਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੇ ਬਾਅਦ ਵੱਖ-ਵੱਖ SDMs ਵੱਲੋਂ ਸਕੂਲ ਵਿੱਚ ਆ ਕੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ ਗਈ, ਉਹਨਾਂ ਨੂੰ ਪ੍ਰੋਤਸਾਹਿਤ ਵੀ ਕੀਤਾ ਗਿਆ, ਜਿਸ ਦਾ ਸਿਹਰਾ ਇਹਨਾਂ ਦੇ ਉੱਪਰ ਹੀ ਜਾਂਦਾ ਹੈ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੰਦਰਜੀਤ ਸਿੰਘ ਜੀ ਵੱਲੋਂ ਵਾਹ ਲਾ ਦਿੱਤੀ ਗਈ ਅਤੇ ਸਕੂਲ ਲਈ ਇੱਕ
ਸਰਟੀਫਿਕੇਟ ਦਾ ਨਿਰਮਾਣ ਵੀ ਕਰਵਾਇਆ ਗਿਆ, ਜੋ ਕਿ ਇੱਕ ਬਹੁਤ ਹੀ ਸੁੰਦਰ ਉਪਰਾਲਾ ਜਾਪਦਾ ਸੀ। ਨਾਲ ਦੇ ਨਾਲ ਆਪਣੇ ਹਰ ਕੰਮ ਦੇ ਨਾਲ ਉਹਨਾਂ ਨੇ ਸਮੇਂ-ਸਮੇਂ 'ਤੇ ਸਕੂਲ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਪੌਦੇ ਵੀ ਲਗਵਾਏ, ਅਤੇ ਇਹਨਾਂ ਦੇ ਕਾਰਜਕਾਲ ਵਿੱਚ ਸਕੂਲ ਵਿੱਚ ਲਗਭਗ 500 ਪੌਦੇ ਲਗਾਏ ਗਏ ਅਤੇ ਹੋਰ ਵੀ ਕਈ ਕੰਮ ਇਹਨਾਂ ਦੀ ਦੇਖ ਰੇਖ ਦੇ ਅੰਦਰ ਹੁੰਦੇ ਰਹੇ। ਕੰਪਿਊਟਰ ਲੈਬ ਜੋ ਕਿ ਬ੍ਰਾਂਚ ਦੀ ਸੀ, ਇਸ ਦਾ ਪੁਰਾਣਾ ਸਰੂਪ ਅਤੇ ਅੱਜ ਇਹ ਕੰਪਿਊਟਰ ਲੈਬ ਇੱਕ ਆਧੁਨਿਕ ਰੂਪ ਲੈ ਚੁੱਕੀ ਹੈ। ਇਸ ਦੇ ਨਾਲ ਹੀ ਸਕੂਲ ਵਿਖੇ ਵੱਖ-ਵੱਖ ਕਿਰਿਆਵਾਂ ਦੇ ਨਾਲ ਇਹਨਾਂ ਨੇ ਸਮਾਜ ਦੀ ਬਿਹਤਰੀ ਲਈ 13 ਦਸੰਬਰ ਨੂੰ ਕੀਰਤੀ ਦਿਵਸ ਦੇ ਮੌਕੇ ਬਲੱਡ ਡੋਨੇਸ਼ਨ ਕੈਂਪਸ ਵੀ ਲਗਾਏ ਅਤੇ ਇਹਨਾਂ ਬਲੱਡ ਡੋਨੇਸ਼ਨ ਕੈਂਪਸ ਵਿੱਚ ਹਰ ਸਾਲ ਲਗਭਗ 100 ਯੂਨਿਟ ਬਲੱਡ ਇਕੱਠਾ ਕੀਤਾ ਜਾਂਦਾ ਸੀ। ਇਸ ਦੇ ਨਾਲ ਹੀ ਦੀਵਾਲੀ ਦੀ ਪੂਜਾ ਹੋਵੇ, ਚਾਹੇ ਉਹ ਵਿਸ਼ਵਕਰਮਾ ਦੀ ਪੂਜਾ ਹੋਵੇ, ਚਾਹੇ ਉਹ ਕੋਈ ਗੁਰਪੁਰਬ ਹੋਵੇ, ਇਹਨਾਂ ਵੱਲੋਂ ਪੂਰੇ ਉਤਸ਼ਾਹ ਨਾਲ ਹਰ ਤਿਉਹਾਰ ਨੂੰ, ਹਰ ਧਰਮ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਸੀ। ਸਕੂਲ ਵਿੱਚ ਵਿਦਿਆਰਥੀਆਂ ਦੀ ਬਿਹਤਰੀ ਲਈ PTMs ਵੀ ਰੱਖੀਆਂ ਗਈਆਂ, ਜਿਸ ਵਿੱਚ ਇਹ ਆਪ ਵੀ ਬੈਠ ਕੇ ਵਿਦਿਆਰਥੀਆਂ ਦੇ ਨਾਲ, ਉਹਨਾਂ ਦੇ ਮਾਪਿਆਂ ਨਾਲ ਉਹਨਾਂ ਦੀ ਪ੍ਰੋਗਰੈਸ ਨੂੰ ਸਾਂਝਾ ਕਰਦੇ ਸਨ। ਵੱਖ-ਵੱਖ ਗਤੀਵਿਧੀਆਂ ਵਿੱਚ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਹਨਾਂ ਨੇ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਸਨਮਾਨਿਤ ਕੀਤਾ ਅਤੇ ਜ਼ਿਲ੍ਹਾ ਪੱਧਰ ਦੇ ਵੀ ਕਈ ਪ੍ਰੋਗਰਾਮ, ਜਿਸ ਵਿੱਚ ਪ੍ਰਿੰਸੀਪਲ ਸਾਹਿਬਾਨ ਨੂੰ ਸਕੂਲ ਵਿੱਚ ਬੁਲਾਉਣਾ ਆਦਿ ਸ਼ਾਮਲ ਸੀ, ਇਸ ਸਕੂਲ ਵਿੱਚ ਕਰਵਾਏ ਗਏ। ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਰਹਿੰਦੇ ਸਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਲਈ ਇਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਇੰਨੀ ਸੇਵਾ ਕੀਤੀ ਕਿ ਆਪਣੀ ਉਮਰ ਦੇ 60ਵੇਂ ਸਾਲ ਦੇ ਵਿੱਚ ਵੀ ਇਹ ਸਕੂਲ ਵਿੱਚ ਨਾ ਕਿ ਸਿਰਫ ਸਕੂਲ ਸਮੇਂ ਤੋਂ ਬਾਅਦ ਜਾਂ ਪਹਿਲਾਂ ਰਹਿੰਦੇ ਸਨ, ਛੁੱਟੀ ਵਾਲੇ ਦਿਨ ਰਹਿੰਦੇ ਸਨ, ਬਲਕਿ ਇਹ ਸਕੂਲ ਦੀ ਛੱਤਾਂ ਦੀ ਸਫਾਈ ਦੇਖਣ ਦੇ ਲਈ, ਸਕੂਲ ਦੀ ਛੱਤਾਂ ਵਿੱਚ ਰਿਪੇਅਰ ਦਾ ਕੰਮ ਦੇਖਣ ਦੇ ਲਈ ਆਪ ਹੀ ਉੱਪਰ ਪੌੜੀ ਰਾਹੀਂ ਜਾ ਕੇ ਆਪ ਹੀ ਇਹ ਸਾਰਾ ਕੰਮ ਦੇਖਦੇ ਸਨ। ਇਸ ਦੇ ਨਾਲ ਹੀ ਅੱਜ ਸਰਦਾਰ ਇੰਦਰਜੀਤ ਸਿੰਘ ਜੀ ਕਾਲੜਾ, ਜੋ ਕਿ ਜਿਨ੍ਹਾਂ ਨੇ ਜੋ ਸੁਪਨੇ ਦੇਖੇ, ਸ਼ਾਇਦ ਉਹ ਸੁਪਨੇ ਉਹਨਾਂ ਨੇ ਪੂਰੇ ਕੀਤੇ, ਉਹ ਸੁਪਨੇ ਉਹਨਾਂ ਨੇ ਮੇਰੇ ਲਈ ਪੂਰੇ ਕੀਤੇ। ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ NTC ਨੂੰ ਹਮੇਸ਼ਾ ਆਪਣੇ ਦਿਲ ਵਿੱਚ ਰੱਖਣਗੇ, ਮੈਨੂੰ ਵਿਸਾਰਨਗੇ ਨਹੀਂ ਅਤੇ ਜਿਵੇਂ ਉਹਨਾਂ ਨੇ ਮੇਰੇ ਸਰੂਪ ਨੂੰ ਬਦਲਿਆ ਹੈ, ਉਵੇਂ ਹੀ ਉਹ ਸਮਾਜ ਲਈ ਵੀ ਯਤਨਸ਼ੀਲ ਰਹਿਣਗੇ। ਅੰਤ ਵਿੱਚ ਮੈਂ ਇੱਕ ਗੱਲ ਜਿਹੜਾ ਅੱਜ ਆਪਣੇ ਯਾਰ ਨੂੰ, ਆਪਣੇ ਸਰਦਾਰ ਇੰਦਰਜੀਤ ਸਿੰਘ ਜੀ ਕਾਲੜਾ ਨੂੰ ਕਹਿਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਵਾਦਾ ਤੂੰ ਆਪਣਾ ਪੁਗਾ ਚਲਿਆ, ਵਾਦਾ ਤੂੰ ਆਪਣਾ ਪੁਗਾ ਚਲਿਆ, ਯਾਰੀ ਮੈਂ ਵੀ ਪੁਗਾਵਾਂਗਾ, ਯਾਰੀ ਮੈਂ ਵੀ ਪੁਗਾਵਾਂਗਾ। ਤੇਰੀ ਹਸਰਤ ਸੀ ਤੇਰਾ ਕੰਮ ਬੋਲੇ, ਤੇਰੀ ਹਸਰਤ ਸੀ ਤੇਰਾ ਕੰਮ ਬੋਲੇ, ਮੈਂ ਵੀ ਤੇਰੀਆਂ ਧੁੰਮਾਂ ਪਾਵਾਂਗਾ। ਵਾਦਾ ਤੂੰ ਆਪਣਾ ਪੁਗਾ ਚਲਿਆ, ਵਾਦਾ ਤੂੰ ਆਪਣਾ ਪੁਗਾ ਚਲਿਆ, ਯਾਰੀ ਮੈਂ ਵੀ ਪੁਗਾਵਾਂਗਾ, ਯਾਰੀ ਮੈਂ ਵੀ ਪੁਗਾਵਾਂਗਾ। ਤੇਰੀ ਹਸਰਤ ਸੀ ਤੇਰਾ ਕੰਮ ਬੋਲੇ, ਮੈਂ ਵੀ ਤੇਰੀਆਂ ਧੁੰਮਾਂ ਪਾਵਾਂਗਾ। ਆਪਣੇ ਯਾਰ ਦੀ ਯਾਰੀ, ਆਪਣੇ ਯਾਰ ਦੀ ਯਾਰੀ ਖਾਤਰ, ਆਪਣੇ ਯਾਰ ਦੀ ਯਾਰੀ ਦੇ ਖਾਤਰ ਸਕੂਲ ਇੰਦਰਜੀਤ ਸਿੰਘ ਵਾਲਾ ਕਹਾਵਾਂਗਾ, ਸਕੂਲ ਇੰਦਰਜੀਤ ਸਿੰਘ ਵਾਲਾ ਕਹਾਵਾਂਗਾ। ਧੰਨਵਾਦ।